पंजाब दे विच 2022 ਦੇ ਵਿਧਾਨ ਸਭਾ ਚੁਣਾਵਾਂ ਦਾ ਵਿਗਲ ਵਜਿਆ ਹੋਇਆ ਵਾ। ਸੋ ਇਸ ਦੌਰਾਨ ਦਲ ਬਦਲੂਆਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਵਾ। ਸੋ ਵੱਖ-ਵੱਖ ਪਾਰਟੀਆਂ ਦੇ ਲੀਡਰ ਜਿਹੜੇ ਨੇ ਪਾਰਟੀ ਛੱਡ ਕੇ दूसरी पार्टियां दे विच शामिल हो रहे ने। सो इस दौरान जो सूत्र जानकारी दे रहे ने लुधियाना तो सिमरजीत सिंह बैंस जिन्हां दी लोक इंसाफ पार्टी हैगी आ वो बीजेपी नाल मिल के चुनाव लड़ सकदी आ। सो बीजेपी दे विच शामिल हो सकदे ने सिमरजीत सिंह बैंस जो सूत्र जानकारी दे रहे ने। इत्थे दस दईए कि 2017 दे विच सिमरजीत सिंह बैंस उन्होंने 6 सीटां ते चुनाव लड़े सीगे। सो उन्हां दी लोक इंसाफ पार्टी हैगी आ 6 सीटां ते चुनाव लड़े सी जिन्हां चों 2 सीटां उन्होंने ਵੱਡੀ ਲੀਡ ਨਾਲ ਹਾਸਲ ਕੀਤੀਆਂ ਸੀਗੀਆਂ। ਬਲਵਿੰਦਰ ਬੈਂਸ ਉਹਨਾਂ ਦੇ ਵੱਡੇ ਭਰਾ ਜਿਹੜੇ ਨੇ ਸਾਊਥ ਹਲਕੇ ਤੋਂ ਚੁਣਾਵ ਲੜਦੇ ਨੇ ਅਤੇ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਆਤਮਨਗਰ ਹਲਕੇ ਤੋਂ ਚੁਣਾਵ ਲੜਦੇ ਨੇ। ਸੋ ਉੱਥੇ ਉਹਨਾਂ ਨੇ ਪਿਛਲੀ ਵਿਧਾਨ ਸਭਾ ਦੌਰਾਨ 2016 ਦੇ ਵਿੱਚ ਉਹਨਾਂ ਨੇ ਲੋਕ ਇੰਸਾਫ ਪਾਰਟੀ ਬਣਾਈ। 2017 ਦੇ ਵਿੱਚ ਇੱਕ ਗੱਠਜੋੜ ਕਰਕੇ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਕੇ ਚੁਣਾਵ ਲੜੇ ਤਾਂ ਵੱਡੀ ਲੀਡ ਹਾਸਲ ਕੀਤੀ। 6 ਸੀਟਾਂ ਜਿਨ੍ਹਾਂ ਚੋਂ 4 ਸੀਟਾਂ ਲੁਧਿਆਣਾ ਦੇ ਨਾਲ ਸੰਬੰਧਿਤ ਸੀਗੀਆਂ, 2 ਸੀਟਾਂ ਜਿਹੜੀਆਂ ਵਾ ਲੁਧਿਆਣਾ ਤੋਂ ਬਾਹਰ ਜਿਹੜੀਆਂ ਵਾ ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ ਮਿਲੀਆਂ ਸੀਗੀਆਂ। ਸੋ ਸੀਟਾਂ ਤੇ ਚੁਣਾਵ ਲੜੇ ਸੀ, 2 ਸੀਟਾਂ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਸੋ ਦੱਸ ਦਈਏ ਕਿ 2017 ਦਾ ਵੇਰਵਾ ਸਿਮਰਜੀਤ ਸਿੰਘ ਬਲਵਿੰਦਰ ਬੈਂਸ ਦੀ ਗੱਲ ਕਰਾਂਗੇ ਜਿਹੜੇ ਕਿ ਸਾਊਥ ਹਲਕੇ ਤੋਂ ਚੁਣਾਵ ਲੜੇ ਸੀ। ਉਹਨਾਂ ਨੂੰ 53,955 ਵੋਟ ਜਿਹੜੇ ਆ ਪਏ ਸੀਗੇ। ਸੋ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਭੁਪਿੰਦਰ ਸਿੰਘ ਸਿੱਧੂ ਉਹਨਾਂ ਨੂੰ 23,038 ਵੋਟਾਂ ਜਿਹੜੀਆਂ ਪਈਆਂ ਸੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਹੀਰਾ ਸਿੰਘ ਗਾਵੜੀਆ ਜਿਨ੍ਹਾਂ ਨੂੰ 20,554 ਜਿਹੜੀਆਂ ਵੋਟਾਂ ਪਈਆਂ ਸੀਗੀਆਂ। ਸੋ ਇਹਦੇ ਚ ਵੱਡੀ ਲੀਡ ਜਿਹੜੀ ਆ ਬਲਵਿੰਦਰ ਸਿੰਘ ਬੈਂਸ ਨੂੰ ਮਿਲੀ ਸੀ। ਤੋ ਇਸੇ ਤਰ੍ਹਾਂ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰੀਏ ਲੋਕ ਇੰਸਾਫ ਪਾਰਟੀ ਤੋਂ ਚੁਣਾਵ ਲੜੇ ਸੀਗੇ ਤਾਂ ਉਹਨਾਂ ਨੂੰ 53,421 ਵੋਟਾਂ ਜਿਹੜੀਆਂ ਵਾ ਆਤਮਨਗਰ ਤੋਂ ਪਈਆਂ ਸੀਗੀਆਂ। ਸੋ ਮੁਕਾਬਲਾ ਜਿਹੜਾ ਉਹਨਾਂ ਦਾ ਕਮਲਜੀਤ ਸਿੰਘ ਕਲਵੜ ਦੇ ਨਾਲ ਸੀ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਉਹਨਾਂ ਨੇ ਚੁਣਾਵ ਲੜੇ ਸੀਗੇ। ਸੋ ਉਹਨਾਂ ਨੂੰ 36,508 ਵੋਟਾਂ ਪਈਆਂ ਸੀਗੀਆਂ। ਇਸੇ ਤਰ੍ਹਾਂ ਅਕਾਲੀ ਦਲ ਤੋਂ ਗੁਰਮੀਤ ਸਿੰਘ ਕੁਲਾਰ ਜਿਹੜੇ ਕਿ ਇੰਡਸਟਰੀਲਿਸਟ ਨੇ ਉਹ ਚੁਣਾਵ ਲੜੇ ਸੀਗੇ। ਉਹਨਾਂ ਨੂੰ 14,138 ਵੋਟਾਂ ਪਈਆਂ ਸੀਗੀਆਂ। ਸੋ ਇਹ ਆਪ ਦੇ ਨਾਲ ਸਮਝੌਤਾ ਕਰਕੇ ਚੁਣਾਵ ਲੜਿਆ ਗਿਆ ਸੀਗਾ ਜਿਸ ਕਰਕੇ ਵੱਡੀ ਲੀਡ ਜਿਹੜੀ ਆ ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ ਮਿਲੀ ਸੀਗੀ। ਇਸ ਵਾਰ ਜਿਹੜਾ ਵਾ ਹੁਣ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਬੀਜੇਪੀ ਦੇ ਨਾਲ ਮਿਲ ਕੇ ਚੁਣਾਵ ਲੜ ਸਕਦੇ ਨੇ ਜਾਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਜਿਹੜੇ ਚੁਣਾਵ ਲੜ ਸਕਦੇ ਨੇ। ਸੋ ਸੂਤਰ ਜਾਣਕਾਰੀ ਦੇ ਰਹੇ ਨੇ। ਫਿਲਹਾਲ ਜੋ ਅਟਕਲਾਂ ਲੱਗੀਆਂ ਸੀ ਕਿ ਅੱਜ ਜਿਹੜੇ ਆ ਸਿਮਰਜੀਤ ਸਿੰਘ ਬੈਂਸ ਹੋਣਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਸੀ ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਇੱਕ ਮੈਰਿਜ ਦਾ ਫੰਕਸ਼ਨ ਚੱਲ ਰਿਹਾ ਵਾ। ਉਹਨਾਂ ਦੇ ਭਤੀਜੇ ਦੀ ਜਿਹੜੀ ਆ ਵਿਆਹ ਚੱਲ ਰਿਹਾ ਵਾ ਇਸ ਕਰਕੇ ਸੋ ਅੱਜ ਉਹ ਸ਼ਾਮਲ ਨਹੀਂ ਹੋ ਰਹੇ ਨੇ। ਸੋ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 14 ਤਰੀਕ ਨੂੰ ਉਹਨਾਂ ਦੇ ਜਿਹੜੇ ਭਤੀਜੇ ਦੀ ਰਿਸੈਪਸ਼ਨ ਹੈਗੀ ਜੋ ਘਰ ਦੇ ਵਿੱਚ ਵਿਆਹ ਦਾ ਫੰਕਸ਼ਨ ਚੱਲ ਰਿਹਾ ਵਾ ਰਿਸੈਪਸ਼ਨ ਹੈਗੀ ਉਸ ਤੋਂ ਪਹਿਲਾਂ ਸ਼ਾਮਲ ਹੋ ਸਕਦੇ ਨੇ ਜਾਂ ਬਾਅਦ ਚ ਸ਼ਾਮਲ ਹੋ ਸਕਦੇ ਨੇ। ਸੋ ਇਹਦੇ ਚ ਇੱਕ ਜਿਹੜਾ ਇੱਕ ਪੇਚਾ ਜਿਹੜਾ ਵਾ ਫਸਿਆ ਹੈ ਕਿਉਂਕਿ ਲੋਹੜੀ ਦਾ ਤਿਉਹਾਰ ਵੀ ਆ ਪੇਚੇ ਦਾ ਫਸਣਾ ਹੀ ਆ। ਇੱਕ ਪੇਚਾ ਫਸਿਆ ਹੋਇਆ ਵਾ। ਬੀਜੇਪੀ ਕਹਿ ਰਹੀ ਹੈ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਸਿਮਰਜੀਤ ਸਿੰਘ ਬੈਂਸ। ਸੋ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਸ਼ਰਤ ਰੱਖੀ ਹੈ ਕਿ ਅਸੀਂ ਗੱਠਜੋੜ ਕਰਨਾ ਚਾਹੁੰਦੇ ਹਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਤੇ ਭਾਜਪਾ ਨਾਲ ਗੱਠਜੋੜ ਕਰਕੇ ਆਪਣੀਆਂ 10 ਸੀਟਾਂ ਤੇ ਜਿਹੜੀ ਆ ਚੁਣਾਵ ਲੜਨਾ ਚਾਹੁੰਦੇ ਨੇ। ਪਰ ਬੀਜੇਪੀ ਨੇ ਜਿਹੜੀ ਸ਼ਰਤ ਰੱਖ ਦਿੱਤੀ ਉਹਦੇ ਚ ਕਿਹਾ ਗਿਆ ਕਿ ਬੀਜੇਪੀ ਚ ਸ਼ਾਮਲ ਹੋ ਕੇ ਉਹ ਚੁਣਾਵ ਜਿਹੜੇ ਲੜ ਸਕਦੇ ਨੇ। ਅਗਰ ਸਿਮਰਜੀਤ ਸਿੰਘ ਬੈਂਸ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਨੂੰ 3 ਤੋਂ 5 ਸੀਟਾਂ ਜਿਹੜੀਆਂ ਵਾ ਉਹ ਮਿਲ ਸਕਦੀਆਂ ਨੇ। ਬਲਵਿੰਦਰ ਬੈਂਸ ਨੂੰ ਜਿਹੜੀ ਆ ਚੁਣਾਵੀ ਸੀਟ ਨਹੀਂ ਦਿੱਤੀ ਜਾਵੇਗੀ। ਸੋ ਬਲਵਿੰਦਰ ਬੈਂਸ ਨੂੰ ਬੀਜੇਪੀ ਆਉਣ ਵਾਲੇ ਸਮੇਂ 'ਚ ਐਸਜੀਪੀਸੀ ਚੁਣਾਵ ਜਿਹੜਾ ਵਾ ਉਹ ਲੜਾ ਸਕਦੀ ਆ। ਜੋ ਸੂਤਰ ਜਾਣਕਾਰੀ ਦੇ ਰਹੇ ਨੇ ਫਿਰ ਬਲਵਿੰਦਰ ਬੈਂਸ ਨੂੰ ਜਿਹੜੀ ਆ ਟਿਕਟ ਨਹੀਂ ਦਿੱਤੀ ਜਾਵੇਗੀ। ਪਰਿਵਾਰ ਦੇ ਵਿੱਚ ਇੱਕ ਹੀ ਟਿਕਟ ਜਿਹੜੀ ਆ ਸਿਮਰਜੀਤ ਸਿੰਘ ਬੈਂਸ। ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਸਮਰਥਕ ਨੇ ਜਿਹੜੀ ਜਗ੍ਹਾ ਤੋਂ ਸੀਟਾਂ ਮੰਗ ਰਹੇ ਨੇ ਉਹਨਾਂ ਚੋਂ ਜਿਵੇਂ ਦੱਸਿਆ ਕਿ 3 ਤੋਂ 5 ਸੀਟਾਂ ਜਿਹੜੀਆਂ ਵਾ ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ ਮਿਲ ਸਕਦੀਆਂ ਨੇ। ਅਗਰ ਗੱਠਜੋੜ ਕਰਦੇ ਨੇ ਗੱਠਜੋੜ ਤੇ ਜਿਹੜੀਆਂ 10 ਸੀਟਾਂ ਤੇ ਉਹਨਾਂ ਨੇ ਆਪਣੀ ਪ੍ਰਪੋਜ਼ਲ ਜਿਹੜੀ ਆ ਭਾਜਪਾ ਨੂੰ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜਿਹੜੀ ਆ ਦਿੱਤੀ ਹੋਈ ਆ। ਸੋ ਇੱਕ ਪੇਚਾ ਜਿਹੜਾ ਵਾ ਇੱਥੇ ਆ ਕੇ ਫਸਿਆ ਜਿਸ ਕਰਕੇ ਥੋੜਾ ਡਿਲੇ ਹੋ ਰਿਹਾ ਕਿ ਬੀਜੇਪੀ 'ਚ ਸ਼ਾਮਲ ਹੋਣਾ ਜਾਂ ਬੀਜੇਪੀ 'ਚ ਗੱਠਜੋੜ ਕਰਨਾ ਵਾ। ਸੋ ਇਸ ਮਾਮਲੇ ਨੂੰ ਲੈ ਕੇ ਹਾਲਾਂਕਿ ਲੋਕ ਇੰਸਾਫ ਪਾਰਟੀ ਇੱਕ ਮਜ਼ਬੂਤੀ ਜਿਹੜੀ ਆਪਣੀ ਦਿਖਾ ਰਹੀ ਆ। ਅਕਸਰ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਲੋਕ ਇੰਸਾਫ ਪਾਰਟੀ ਨੇ ਚੁਣਾਵ ਲੜੇ ਸੀਗੇ। ਸਿਮਰਜੀਤ ਸਿੰਘ ਬੈਂਸ ਨਾਲ ਚੁਣਾਵ ਲੜੇ ਸੀ। ਸੋ ਇਸ ਤੋਂ ਪਹਿਲਾਂ ਲੋਕ ਇੰਸਾਫ ਪਾਰਟੀ ਨਹੀਂ ਸੀ। ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਚੁਣਾਵ ਲੜੇ ਸੀ ਵੱਡੀ ਲੀਡ ਹਾਸਲ ਕੀਤੀ। 2016 ਦੇ ਵਿੱਚ ਲੋਕ ਇੰਸਾਫ ਪਾਰਟੀ ਬਣਾਈ। 2017 ਦੇ ਵਿੱਚ ਵੱਡੀ ਲੀਡ ਜਿਹੜੀ ਹੈ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜਿਹੜਾ ਆਪਣਾ ਅਲਾਇੰਸ ਤੋੜ ਲਿਆ ਸੀਗਾ। ਸੋ ਹੁਣ ਜਿਹੜਾ ਵਾ ਭਾਜਪਾ ਦੇ ਨਾਲ ਮਿਲ ਕੇ ਕਿਉਂਕਿ ਪੰਜਾਬ ਦੇ ਵਿੱਚ ਚੁਣਾਵੀ ਦੰਗਲ ਚੱਲ ਰਿਹਾ ਵਾ ਵੱਡੇ ਫੇਰ ਬਦਲ ਹੋ ਰਹੇ ਨੇ ਪਾਰਟੀਆਂ ਨੂੰ ਜਿੱਤਣ ਦੀ ਜਿਹੜੀ ਆ ਆਪਣੀ ਸੀਟ ਜਿੱਤਣ ਦੀ ਜਿਹੜੀਆਂ ਮੁਸ਼ਕਲਾਂ ਪੈ ਰਹੀਆਂ ਨੇ ਜਿਸ ਕਰਕੇ ਉਹ ਭਾਜਪਾ ਦੇ ਨਾਲ ਮਿਲ ਕੇ ਜਿਹੜਾ ਵਾ ਚੁਣਾਵ ਲੜ ਸਕਦੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਚੁਣਾਵ ਲੜ ਸਕਦੇ ਨੇ। ਸੋ ਇਸ ਤਰ੍ਹਾਂ ਦੀ ਸ਼ਰਤਾਂ ਨੂੰ ਲੈ ਕੇ ਜਿਹੜੀ ਥੋੜੀਆਂ ਡਿਲੇ ਜਿਹੜਾ ਵਾ ਹੋ ਰਿਹਾ ਵਾ। ਸੋ ਆਉਣ ਵਾਲੇ ਸਮੇਂ 'ਚ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਜਲਦ ਹੀ ਬੀਜੇਪੀ ਦਾ ਹੱਥ ਫੜ ਕੇ ਜਾਂ ਬੀਜੇਪੀ ਦੇ ਵਿੱਚ ਮਿਲ ਕੇ ਉਹ ਚੁਣਾਵ ਜਿਹੜਾ ਵਾ ਸਿਮਰਜੀਤ ਸਿੰਘ ਬੈਂਸ ਲੜ ਸਕਦੇ ਨੇ। ਸੋ ਇਹ ਵੱਡੀ ਖਬਰ ਤੁਹਾਨੂੰ ਦੇ ਰਿਹਾ ਕਿ ਸਿਮਰਜੀਤ ਸਿੰਘ ਬੈਂਸ ਦੀਆਂ ਕੁਝ ਸ਼ਰਤਾਂ ਕਾਰਨ ਜਿਹੜਾ ਵਾ
ਥੋੜਾ ਡਿਲੇ ਹੋ ਰਿਹਾ ਵਾ, ਇਸ ਕਰਕੇ ਪੇਚਾ ਜਿਹੜਾ ਵਾ ਇੱਕ ਵੱਡਾ ਫਸਿਆ ਹੋਇਆ ਵਾ। ਸੋ ਇੱਥੇ ਇੱਕ ਵੱਡੀ ਜਾਣਕਾਰੀ ਹੋਰ ਦੇ ਦਈਏ ਕਿ ਸਿਮਰਜੀਤ ਸਿੰਘ ਬੈਂਸ ਨੂੰ ਜੈਡ ਸਿਕਿਉਰਿਟੀ ਦਿੱਤੀ ਜਾ ਸਕਦੀ ਆ। ਸੋ ਜੈਡ ਸਿਕਿਉਰਿਟੀ ਕਿਉਂ ਦਿੱਤੀ ਜਾ ਸਕਦੀ ਹੈ ਉਸ ਦਾ ਵੀ ਵੇਰਵਾ ਤੁਹਾਨੂੰ ਦੱਸ ਦਿੰਦੇ ਹਾਂ। ਜੋ ਸੂਤਰ ਸਾਨੂੰ ਜਾਣਕਾਰੀ ਦੇ ਰਹੇ ਨੇ, ਪਿਛਲੇ ਦਿਨੀ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਇੱਕ ਬਲਾਸਟ ਹੋਇਆ ਸੀਗਾ। ਉਸ ਦਿਨ ਸਿਮਰਜੀਤ ਸਿੰਘ ਬੈਂਸ ਦੀ ਤਾਰੀਖ ਸੀਗੀ। ਸੋ ਉਸ ਦਿਨ ਸਿਮਰਜੀਤ ਸਿੰਘ ਬੈਂਸ ਨੇ ਪੇਸ਼ ਹੋਣਾ ਸੀਗਾ, ਕਿਉਂਕਿ ਉਹਨਾਂ ਦੇ ਉੱਤੇ ਇੱਕ ਮਹਿਲਾ ਵੱਲੋਂ ਰੇਪ ਦੇ ਆਰੋਪ ਲਗਾਏ ਗਏ ਨੇ, ਜਿਸ ਕਰਕੇ ਉਹਨਾਂ ਨੇ ਪੇਸ਼ ਹੋਣਾ ਸੀਗਾ। ਉਸ ਤੋਂ ਪਹਿਲਾਂ ਕੋਰਟ ਕੰਪਲੈਕਸ ਦੇ ਵਿੱਚ ਬਲਾਸਟ ਹੋ ਜਾਂਦਾ ਵਾ। ਸੋ ਇਸ ਕਰਕੇ ਵੀ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਉਹ ਦੱਸਿਆ ਜਾ ਰਿਹਾ ਕਿ ਸਿਮਰਜੀਤ ਸਿੰਘ ਬੈਂਸ ਤੇ ਇੱਕ ਹਮਲਾ ਕਰਨਾ ਸੀ, ਇੱਕ ਟਾਰਗੇਟ ਸੀਗਾ, ਜਿਸ ਕਰਕੇ ਸਿਮਰਜੀਤ ਸਿੰਘ ਬੈਂਸ ਨੂੰ ਜੈਡ ਸਿਕਿਉਰਿਟੀ ਵੀ ਜਿਹੜੀ ਆ ਦਿੱਤੀ ਜਾ ਸਕਦੀ ਹੈ। ਸੈਂਟਰ ਦੀ ਫੋਰਸਾਂ ਜਿਹੜੀਆਂ ਵਾ ਉਹਨਾਂ ਨੂੰ ਦਿੱਤੀਆਂ ਜਾ ਸਕਦੀਆਂ ਨੇ। ਸੋ ਇਹ ਕੁਛ ਜਿਹੜੀਆਂ ਵਾ ਚਰਚਾਵਾਂ ਜਿਹੜੀਆਂ ਵਾ ਫਿਲਹਾਲ ਜੋ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ, ਕਦੋਂ ਸ਼ਾਮਲ ਹੁੰਦੇ ਨੇ ਜਾਂ ਨਹੀਂ ਸ਼ਾਮਲ ਹੁੰਦੇ ਨੇ, ਸੋ ਆਉਣ ਵਾਲਾ ਸਮਾਂ ਦੱਸੇਗਾ। ਸੋ ਫਿਲਹਾਲ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਸਿਮਰਜੀਤ ਸਿੰਘ ਬੈਂਸ ਜਲਦ ਬੀਜੇਪੀ ਦਾ ਹੱਥ ਜਿਹੜਾ ਵਾ ਫੜ ਸਕਦੇ ਨੇ, ਬੀਜੇਪੀ ਦਾ ਫੁੱਲ ਜਿਹੜਾ ਵਾ ਉਹ ਫੜ ਸਕਦੇ ਨੇ। ਕੈਮਰਾਮੈਨ ਰਕੇਸ਼ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।